Welcome back, dear students. Our today's topic is chapter number 5 from 8th class science, that is the coal and petroleum. ਸੋ ਪਿਆਰੇ ਵਿਦਿਆਰਥੀ, ਅੱਜ ਅਸੀਂ 8ਵੀਂ ਕਲਾਸ ਸਾਇੰਸ ਦਾ 5ਵਾਂ ਚੈਪਟਰ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਕੋਲੇ ਤੇ ਪੈਟਰੋਲ ਦੇ ਬਾਰੇ ਪੜਾਂਗੇ। ਕੀ ਹੁੰਦੇ ਨੇ ਤੇ ਕਿਵੇਂ ਪੈਦਾ ਹੁੰਦੇ ਨੇ। ਤਾਂ ਚਲੋ ਸ਼ੁਰੂ ਕਰਦੇ ਹਾਂ। We use various material in our life for basic needs। ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਬੇਸਿਕਸ ਨੀਡਸ ਹੈ ਉਹ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਮਟੀਰੀਅਲ ਯੂਜ਼ ਕਰਦੇ ਹਾਂ। ਸਮ ਆਫ ਦੇਮ ਆਰ ਨੈਚੁਰਲ ਐਂਡ ਸਮ ਹੈਵ ਬੀਨ ਮੇਡ ਬਾਈ ਹਿਊਮਨ। ਕਈ ਕੁਦਰਤੀ ਚੀਜ਼ਾਂ ਨੇ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ, ਕਈ ਮਨੁੱਖ ਨੇ ਖੁਦ ਬਣਾਈਆਂ ਨੇ। ਸੋ ਪਹਿਲੀ ਐਕਟੀਵਿਟੀ ਵਿੱਚ ਅਸੀਂ ਲਿਸਟ ਬਣਾ ਸਕਦੇ ਹਾਂ ਕਿਹੜੀਆਂ ਜਿਹੜੀਆਂ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ ਉਹਦੇ ਵਿੱਚ ਕਿਹੜੀ ਨੈਚੁਰਲ ਹੈ ਅਤੇ ਮੈਨ ਮੇਡ ਕਿਹੜੀ ਹੈ। ਜਿਸ ਤਰ੍ਹਾਂ ਅਸੀਂ ਨੈਚੁਰਲ ਜਿਹੜੀ ਹਵਾ ਹੈ ਉਹ ਨੈਚੁਰਲ ਹੈ, ਆਕਸੀਜਨ ਕਾਰਬਨ ਡਾਈਆਕਸਾਈਡ ਇਹ ਨੈਚੁਰਲ ਹੈ, ਠੀਕ ਹੈ। ਪਲਾਂਟਸ ਨੈਚੁਰਲ ਹੈ, ਅਸੀਂ ਪਲਾਂਟਸ ਦਾ ਯੂਜ਼ ਕਰਦੇ ਹਾਂ। ਅਤੇ ਮੈਨ ਮੇਡ ਜਿਸ ਤਰ੍ਹਾਂ ਅਸੀਂ ਪਲਾਸਟਿਕ ਯੂਜ਼ ਕਰਦੇ ਹਾਂ, ਇਲੈਕਟ੍ਰੀਸਿਟੀ ਯੂਜ਼ ਕਰਦੇ ਹਾਂ। ਸੋ ਇਹ ਚੀਜ਼ਾਂ ਮੈਨ ਮੇਡ ਹੈ। ਡਜ਼ ਦਿਸ ਲਿਸਟ ਇਨਕਲੂਡ ਏਅਰ ਵਾਟਰ ਸੋਇਲ ਐਂਡ ਮਿਨਰਲ। ਕਿਸ ਲਿਸਟ ਦੇ ਵਿੱਚ ਆਉਂਦਾ ਹੈ ਹਵਾ, ਪਾਣੀ, ਮਿੱਟੀ ਅਤੇ ਖਣਿਜ। ਸਿੰਸ ਆਲ ਦੀਜ਼ ਆਰ ਓਬਟੇਨ ਫਰੋਮ ਨੇਚਰ, ਤਾਂ ਇਹਨਾਂ ਨੂੰ ਅਸੀਂ ਨੈਚੁਰਲ ਸੋਰਸ ਕਹਿੰਦੇ ਹਾਂ। ਸੋ ਹਵਾ, ਪਾਣੀ, ਮਿੱਟੀ, ਖਣਿਜ, ਪੌਦੇ ਸਾਰੀਆਂ ਚੀਜ਼ਾਂ ਕੁਦਰਤ ਦਿੰਦਾ ਹੈ ਅਤੇ ਇਹਨਾਂ ਨੂੰ ਕੁਦਰਤੀ ਜਾਂ ਨੈਚੁਰਲ ਸੋਰਸ ਦਾ ਨਾਮ ਦਿੱਤਾ ਜਾਂਦਾ ਹੈ। ਕੈਨ ਵੀ ਯੂਜ਼ ਆਲ ਆਵਰ ਨੈਚੁਰਲ ਸੋਰਸਿਸ ਫੋਰ ਐਵਰ। ਕੀ ਅਸੀਂ ਸਾਰੇ ਆਪਣੇ ਸੋਰਸਿਸ ਹਮੇਸ਼ਾ ਲਈ ਯੂਜ਼ ਕਰ ਪਾਵਾਂਗੇ ਕੁਦਰਤੀ ਸੋਰਸ। ਸੋ ਏਅਰ, ਵਾਟਰ ਐਂਡ ਸੋਇਲ ਐਗਜ਼ੌਸਟਡ ਬਾਈ ਹਿਊਮਨ ਐਕਟੀਵਿਟੀ। ਹੁਣ ਹਵਾ, ਪਾਣੀ, ਮਿੱਟੀ ਜਿਹੜਾ ਖ਼ਰਾਬ ਹੋ ਰਿਹਾ, ਖ਼ਤਮ ਹੋ ਰਿਹਾ ਹਿਊਮਨ ਦੀ ਐਕਟੀਵਿਟੀ ਨਾਲ। ਅਸੀਂ ਪਹਿਲੇ 7ਵੀਂ ਕਲਾਸ 'ਚ ਪੜ੍ਹ ਚੁੱਕੇ ਹਾਂ। ਵਾਟਰ ਜਿਹੜਾ ਹੈ ਕਿ ਇਹ ਲਿਮਿਟਲੈਸ ਹੈ, ਕਿ ਪਾਣੀ ਕਦੇ ਖ਼ਤਮ ਨਹੀਂ ਹੋਏਗਾ। ਇਨ ਦ ਲਾਈਟ ਆਫ ਅਵੇਲੇਬਿਲਿਟੀ ਆਫ ਵੇਰੀਅਸ ਸੋਰਸ ਇਨ ਨੇਚਰ, ਨੈਚੁਰਲ ਸੋਰਸਿਸ ਕੈਨ ਬੀ ਬਰੋਡਲੀ ਕਲਾਸੀਫਾਈਡ ਇਨ 2 ਕਾਈਂਡਸ। ਸੋ ਜੋ ਵੀ ਉੱਤੇ ਸਵਾਲ ਨੇ ਉਹਨਾਂ ਨੂੰ ਸੁਲਝਾਉਣ ਦੇ ਲਈ ਅਸੀਂ ਜਿਹੜੇ ਵੀ ਕੁਦਰਤੀ ਰਿਸੋਰਸ ਹੈ ਉਹਨਾਂ ਨੂੰ 2 ਤਰੀਕੇ ਨਾਲ ਵੰਡ ਕਰਦੇ ਹਾਂ। ਪਹਿਲਾ ਹੈ ਇਨਐਗਜ਼ੌਸਟੀਬਲ, ਸੈਕਿੰਡ ਹੈ ਐਗਜ਼ੌਸਟੀਬਲ। ਇਨਐਗਜ਼ੌਸਟੀਬਲ ਹੁੰਦਾ ਨਾ ਖ਼ਤਮ ਹੋਣ ਵਾਲੇ, ਜਿਹੜੇ ਅਸੀਂ ਵਾਰ-ਵਾਰ ਯੂਜ਼ ਕਰ ਸਕਦੇ ਹਾਂ। ਐਗਜ਼ੌਸਟੀਬਲ ਹੈ ਖ਼ਤਮ ਹੋਣ ਵਾਲੇ। ਸੋ ਇਹਨਾਂ ਦੇ ਵਿੱਚ ਅਨਲਿਮਿਟਿਡ ਹੈ ਪਹਿਲੀ ਕੁਆਂਟਿਟੀ ਨੇਚਰ ਦੇ ਵਿੱਚ, ਤੋਂ ਇਹ ਐਗਜ਼ੌਸਟ ਨਹੀਂ ਹੋ ਸਕਦੇ ਹਿਊਮਨ ਐਕਟੀਵਿਟੀ ਨਾਲ ਇੰਨੀ ਜਲਦੀ, ਪਰ ਹਿਊਮਨ ਇਹਨਾਂ ਨੂੰ ਖ਼ਰਾਬ ਜ਼ਰੂਰ ਕਰ ਰਿਹਾ। ਜਿੱਦਾਂ ਹਵਾ ਹੈ, ਸਨਲਾਈਟ ਹੈ, ਠੀਕ ਹੈ, ਪਾਣੀ ਹੈ। ਸੋ ਪਾਣੀ ਜਿਹੜਾ ਹੈ ਇੱਕ ਤਰ੍ਹਾਂ ਦਾ ਸੋਰਸਿਸ ਹੈ, ਕਾਫੀ ਸਮੁੰਦਰਾਂ ਦੇ ਵਿੱਚ, ਮਹਾਸਾਗਰਾਂ 'ਚ ਪਾਣੀ ਹੈ, ਪਰ ਅਸੀਂ ਪਾਣੀ ਗੰਦਾ ਕਰ ਦਿੱਤਾ, ਪੀਣ ਲਾਇਕ ਪਾਣੀ ਜਿਹੜਾ ਬਚਿਆ ਨਹੀਂ ਹੈਗਾ। ਐਗਜ਼ੌਸਟੀਬਲ ਜਿਹੜੇ ਖ਼ਤਮ ਹੋ ਜਾਣਗੇ। ਸੋ ਕੁਦਰਤ ਦੇ ਵਿੱਚ ਇਹਨਾਂ ਨੂੰ ਕਾਫੀ ਟਾਈਮ ਲੱਗਦਾ ਹੈ ਬਣਨ ਦੇ ਲਈ, ਪਰ ਹਿਊਮਨ ਐਕਟੀਵਿਟੀਜ਼ ਨੇ ਇਹਨਾਂ ਨੂੰ ਖ਼ਤਮ ਕਰ ਦਿੱਤਾ ਹੈ। ਜਿੱਦਾਂ ਜੰਗਲੀ ਜਲ ਜੀਵਨ, ਵਾਈਲਡ ਲਾਈਫ, ਜੰਗਲ, ਖਣਿਜ, ਕੋਲਾ, ਪੈਟਰੋਲੀਅਮ, ਨੈਚੁਰਲ ਗੈਸ। ਹੁਣ ਪੈਟਰੋਲੀਅਮ ਤੁਹਾਨੂੰ ਪਤਾ ਕਿੰਨਾ ਮਹਿੰਗਾ ਡੀਜ਼ਲ ਪੈਟਰੋਲ, ਕਿਉਂਕਿ ਉਹਦੀ ਖਪਤ ਜਿਹੜੀ ਜ਼ਿਆਦਾ ਹੈ ਅਤੇ ਹੈ ਘੱਟ ਹੈ। ਸੋ 5.2 ਐਕਟੀਵਿਟੀ 'ਚ ਕੀ ਹੈ, ਇਟ ਇਜ਼ ਏ ਗੁੱਡ ਐਕਟੀਵਿਟੀ। ਇੱਕ ਐਕਟੀਵਿਟੀ ਕੀਤੀ ਹੈ, ਇੱਕ ਵੱਡਾ ਤੁਸੀਂ ਕੰਟੇਨਰ ਲੈਣਾ ਹੈ, ਉਹਦੇ ਵਿੱਚ ਪੋਪਕੋਰਨ, ਪੀਨਟ ਜਾਂ ਰੋਸਟਡ ਗ੍ਰਾਮ ਜਾਂ ਟੋਫੀਸ ਪਾ ਲਓ, ਕੁਛ ਵੀ ਈਟੇਬਲ ਪਾ ਲਓ। ਪੋਪਕੋਰਨ ਪਾ ਲਏ, ਪੀਨਟਸ ਪਾ ਲਿਆ, ਰੋਸਟਡ ਗ੍ਰਾਮ ਪਾ ਲਏ, ਕੋ ਟੋਫੀ ਪਾ ਲਈ। ਫਿਰ ਸਟੂਡੈਂਟਸ ਦੇ 7 ਗਰੁੱਪ ਬਣਾਤੇ ਅਤੇ ਡਿਵਾਈਡ ਕੀਤਾ ਗਰੁੱਪ 3 ਸਬ ਗਰੁੱਪ 3 ਦੇ, ਤੋਂ ਕੰਟੇਨਿੰਗ 1 2 4 ਸਟੂਡੈਂਟ। ਹਰੇਕ ਗਰੁੱਪ ਦੇ ਵਿੱਚ ਆ ਗਏ 1 2 4 ਸਟੂਡੈਂਟ। ਸੋ ਉਹਨੂੰ ਲੇਬਲ ਕਰਤਾ ਫਸਟ ਜਨਰੇਸ਼ਨ, ਸੈਕੰਡ ਜਨਰੇਸ਼ਨ, ਥਰਡ ਜਨਰੇਸ਼ਨ। ਫਿਰ ਅਸੀਂ ਜਿਹੜੀ ਫਸਟ ਜਨਰੇਸ਼ਨ ਵਾਲਾ ਪਹਿਲਾ ਗਰੁੱਪ ਹੈ ਉਹਨੂੰ ਕਿਹਾ ਵੀ ਜੋ ਵੀ ਕੰਟੇਨਰ 'ਚ ਇਹਨੂੰ ਖਾਓ। ਫਿਰ ਜੋ ਛੱਡਦੇ ਨੇ ਉਹ ਕਿਹਾ ਦੂਸਰੀ ਜਨਰੇਸ਼ਨ ਨੂੰ ਖਾਓ। ਫਿਰ ਕਹਿਣਾ ਤੀਸਰੀ ਜਨਰੇਸ਼ਨ ਨੂੰ ਖਾਓ। ਤਾਂ ਇਹਦੇ ਵਿੱਚ ਜਿਹੜੀ ਹੈ ਜਨਰੇਸ਼ਨ ਜਿਹੜੀ 1 2 3 ਪਹਿਲੇ ਪੋਪਕੋਰਨ ਪਹਿਲੇ ਤੋਂ ਆਉਣਗੇ, ਅਤੇ ਜੇ ਉਹਨਾਂ 'ਚ ਬਚੇ ਤਾਂ ਫਿਰ ਦੂਸਰੇ ਖਾ ਸਕਦੇ ਆ, ਜੇ ਬਚੇ ਤਾਂ ਤੀਸਰੇ ਖਾ ਸਕਦੇ। ਸੋ ਇਸ ਐਕਟੀਵਿਟੀ ਤੋਂ ਸਾਨੂੰ ਇਹ ਚੀਜ਼ ਸਮਝ ਆਉਂਦੀ ਹੈ ਵੀ ਜਿਹੜੇ ਨੈਚੁਰਲ ਸੋਰਸਿਸ ਹੈ ਖ਼ਤਮ ਹੋਣ ਵਾਲੇ, ਜਨਸੰਖਿਆ ਕਾफ़ी ज़्यादा है, कंज्यूमर बहुत ज़्यादा ने, रिसोर्सिस घट ने, दोबारा बन नहीं सकते, तो इस तरह ख़त्म हो रहे हैं। अज्यूम डैट द ईटेबल इन द कंटेनर रिप्रजेंट द टोटल अवेलेबिलिटी ऑफ एग्जॉस्टिबल नैचुरल सोर्सिस। पॉपकॉर्न ਨੂੰ ਅਸੀਂ ਜੇ ਸਮਝੀਏ ਵੀ ਇਹ ਨਾਲ ਇਹਦੇ ਸਮਝਾ ਰਹੇ ਹਾਂ ਕੋਲਾ, ਪੈਟਰੋਲੀਅਮ ਅਤੇ ਨੈਚੁਰਲ ਗੈਸ ਹੈ।
ਈਚ ਗਰੁੱਪ ਹੈਵ ਡਿਫਰੈਂਟ ਕੰਜ਼ੰਪਸ਼ਨ ਪੈਟਰਨ, ਹਰੇਕ ਦਾ ਆਪਣਾ ਆਪਣਾ ਪੈਟਰਨ ਹੈ। ਸਾਡੇ ਜੋ ਬਜ਼ੁਰਗ ਹੋ ਗਏ ਪੁਰਾਣੇ, ਉਹਨਾਂ ਨੇ ਕਿੱਦਾਂ ਯੂਜ਼ ਕੀਤਾ, ਉਹਦੇ ਪਿਛਲਿਆਂ ਨੇ ਕਿੱਦਾਂ ਯੂਜ਼ ਕੀਤਾ। ਸੋ ਆਰ ਦਾ ਅਰਲੀਅਰ ਜਨਰੇਸ਼ਨ ਟੂ ਗ੍ਰੀਡੀ, ਕਿ ਪਹਿਲੇ ਬੜੇ ਲੋਕ ਲਾਲਚੀ ਸਨ ਵੀ ਜਿਹੜੇ ਹੁਣ ਘੱਟ ਹੋ ਗਏ, ਰਿਸੋਰਸਿਸ ਦੀ ਕਮੀ ਆ ਰਹੀ ਹੈ। ਇਟ ਮੇ ਬੀ ਡੈਟ ਦਾ ਅਰਲੀਅਰ ਜਨਰੇਸ਼ਨ ਇਨ ਸਮ ਗਰੁੱਪ ਵਰ ਕੰਸਰਨਡ ਅਬਾਊਟ ਕਮਿੰਗ ਜਨਰੇਸ਼ਨ ਐਂਡ ਲੈਫਟ ਸਮ ਫਾਰ ਦੇਮ, ਕਈਆਂ ਨੂੰ ਕੰਸਰਨ ਸੀਗਾ, ਜਿਹੜੇ ਸਾਡੇ ਪੁਰਾਣੀ ਜਨਰੇਸ਼ਨ ਸੀ ਇਹਨਾਂ ਨੂੰ ਫਿਕਰ ਸੀ ਆਉਣ ਵਾਲੀ ਨਸਲਾਂ ਦਾ, ਇਸ ਲਈ ਉਹਨਾਂ ਨੇ ਇਹਨਾਂ ਨੂੰ ਛੱਡਿਆ, ਤਾਂ ਹੀ ਬਚੇ। ਇਨ ਦਿਸ ਚੈਪਟਰ ਵੀ ਵਿਲ ਲਰਨ ਅਬਾਊਟ ਸਮ ਐਗਜ਼ੌਸਟਿਬਲ ਨੈਚੁਰਲ ਰਿਸੋਰਸਿਸ, ਇਹਦੇ ਵਿੱਚ ਅਸੀਂ ਪੜ੍ਹਾਂਗੇ ਜਿਸ ਤਰ੍ਹਾਂ ਕੋਲਾ, ਪੈਟਰੋਲੀਅਮ, ਨੈਚੁਰਲ ਗੈਸ, ਇਹਨਾਂ ਨੂੰ ਅਸੀਂ ਫੋਸਿਲ ਫਿਊਲ ਕਹਿੰਦੇ ਹਾਂ, ਪਥਰਾਟ ਬਾਲਣ, ਅਵਸ਼ੇਸ਼ ਬਾਲਣ, ਕਿਉਂਕਿ ਲਿਵਿੰਗ ਤੋਂ ਬਣਦੇ ਆ। ਕੋਲੇ ਦੀ ਜੇ ਹਿਸਟਰੀ ਦੇਖੀਏ, ਸਟੋਰੀ 300 ਮਿਲੀਅਨ ਸਾਲ ਪਹਿਲੇ ਅਰਥ ਜਿਹੜੀ ਉਹਦੇ 'ਚ ਕਾਫੀ ਘਣੇ ਜੰਗਲ ਸੀ, ਲੋ ਲੇਇੰਗ ਵੈਟਲੈਂਡ ਏਰੀਆ। ਡਿਊ ਟੂ ਦਾ ਨੈਚੁਰਲ ਪ੍ਰੋਸੈਸਿਸ ਧਰਤੀ ਦੇ ਉੱਤੇ ਫਲੱਡ ਆਏ, ਜਿਹੜੇ ਜੰਗਲ ਸੀਗੇ ਉਹ ਜ਼ਮੀਨ ਦੇ ਥੱਲੇ ਧੱਸ ਗਏ ਫਲੱਡ ਦੇ ਨਾਲ, ਜਦ ਦੱਬ ਗਏ। ਸੋ ਡਿਪੋਜ਼ਿਟ ਹੋ ਗਏ, ਉਹ ਕੰਪਰੈਸ ਹੋ ਗਏ, ਉੱਤੇ ਮਿੱਟੀ ਚਟਾਨਾਂ ਬਣਨੀਆਂ ਸ਼ੁਰੂ ਹੋ ਗਈਆਂ, ਡੀਪਰ ਤੋਂ ਡੀਪਰ ਚੱਲ ਗਏ। ਹਾਈ ਪ੍ਰੈਸ਼ਰ ਅਤੇ ਟੈਂਪਰੇਚਰ ਦੇ ਨਾਲ ਜਿਹੜਾ ਡੈਡ ਹੈ ਉਹ ਸਲੋਲੀ ਕਨਵਰਟ ਹੋ ਗਏ ਕੋਲੇ ਦੇ ਵਿੱਚ। ਸੋ ਐਜ਼ ਦਾ ਕੋਲ ਕੰਟੇਨ ਮੈਨੀ ਕਾਰਬਨ, the slow process of conversion of the dead vegetation into coal is called carbonization, ਇਹਨੂੰ ਕਾਰਬੋਨਾਈਜੇਸ਼ਨ ਕਹਿੰਦੇ ਆ। ਸੋ ਇਟ ਵਾਜ਼ ਫੋਰਮਡ ਫਰੋਮ ਦਾ ਰਿਮੇਨ ਆਫ ਵੈਜੀਟੇਸ਼ਨ, ਤਾਂ ਕਰਕੇ ਇਹਨੂੰ ਅਸੀਂ ਕਹਿ ਦਿੰਦੇ ਹਾਂ ਫੋਸਿਲ ਫਿਊਲ। ਸੋ ਪਿਆਰੇ ਬੱਚਿਓ, ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਕੋਲੇ ਦੀ ਖਾਨ ਹੈ, ਕੋਲ ਮਾਈਨ, ਕਿੱਦਾਂ ਕੋਲਾ ਜਿਹੜਾ ਜ਼ਮੀਨ ਦੇ ਥੱਲੇ ਕੱਢਿਆ ਜਾਂਦਾ ਹੈ। when heated in air coal burn and produce mainly carbon dioxide, ਕੋਲਾ ਜਦੋਂ ਜਲਦਾ ਹੈ ਤੇ ਕਾਰਬਨ ਡਾਈਆਕਸਾਈਡ ਬਣਦੀ ਹੈ। ਕੋਲ ਇਜ਼ ਪ੍ਰੋਸੈਸਡ ਇਨ ਇੰਡਸਟਰੀ ਟੂ ਗੈਟ ਸਮ ਯੂਸਫੁਲ ਪ੍ਰੋਡਕਟ, ਕੋਲੇ ਨੂੰ ਇੰਡਸਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਅਤੇ ਇਹਦੇ ਤੋਂ ਅਸੀਂ ਕਈ ਪ੍ਰੋਡਕਟ ਲੈਂਦੇ, ਜਿਸ ਤਰ੍ਹਾਂ ਕੋਕ, ਕੋਲ ਤਾਰ ਅਤੇ ਕੋਲ ਗੈਸ। ਸੋ ਇਹ ਕਾਫੀ ਯੂਸਫੁਲ ਪ੍ਰੋਡਕਟ ਹੈ। ਪਹਿਲੇ ਕੋਕ ਦੇ ਬਾਰੇ ਪੜ੍ਹਾਂਗੇ। ਕੋਕ ਜਿਹੜਾ ਹੈ, ਸੋ ਜਿਹੜਾ ਕੋਕ ਹੈ ਇਹ ਟਫ ਹੈ, ਪੋਰਸ ਅਤੇ ਬਲੈਕ ਸਬਸਟਾਂਸ ਹੈ। ਇਟ ਇਜ਼ ਐਨ ਆਲਮੋਸਟ ਪਿਓਰ ਫੋਮ, ਕਾਰਬਨ ਦੀ ਪਿਓਰ ਫੋਮ ਹੈ ਕੋਕ। ਤੋ ਇਹਨੂੰ ਯੂਜ਼ ਕੀਤਾ ਜਾਂਦਾ ਹੈ ਸਟੀਲ ਬਣਾਉਣ ਦੇ ਵਿੱਚ ਅਤੇ ਕਾਫੀ ਧਾਤਾਂ ਨੂੰ ਬਾਹਰ ਕੱਢਣ ਦੇ ਵਿੱਚ। ਸੈਕਿੰਡ ਕੰਪਾਊਂਡ ਆਉਂਦਾ ਹੈ ਕੋਲ ਤਾਰ, ਇਹ ਬਲੈਕ ਅਤੇ ਥਿਕ ਲਿਕੁਇਡ ਹੈ। ਇਹਦੀ ਸਮੈਲ ਜਿਹੜੀ ਹੈ ਇੰਨੀ ਚੰਗੀ ਨਹੀਂ ਹੁੰਦੀ। ਸੋ ਇਟ ਇਜ਼ ਮਿਕਸਚਰ ਆਫ about 200 substance. So product obtained from coal tar used in starting material for manufacturing of substance. So coal tar ਜਿਹੜਾ ਇਹਨੂੰ ਯੂਜ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਅਸੀਂ ਇੰਡਸਟਰੀਜ਼ ਤੇ ਐਵਰੀਡੇ ਲਾਈਫ 'ਚ ਪ੍ਰੋਡਕਟ ਯੂਜ਼ ਕਰਦੇ ਹਾਂ। ਸਿੰਥੈਟਿਕ ਡਾਈ, ਡਰੱਗਸ, ਐਕਸਪਲੋਸਿਵ, ਪਰਫਿਊਮ, ਪਲਾਸਟਿਕ, ਪੇਂਟ, ਫੋਟੋਗ੍ਰਾਫੀ ਮਟੀਰੀਅਲ, ਰੂਫਿੰਗ ਮਟੀਰੀਅਲ। ਸੋ ਇੰਟਰਸਟਿੰਗਲੀ ਜੋ ਨੈਫਥਾਲੀਨ ਵਾਲ ਹੈ ਯੂਜ਼ ਟੂ ਰਿਪੈਲ ਮੌਥ ਐਂਡ ਇਨਸੈਕਟ, ਇਹ ਸਾਰੇ ਕੋਲ ਤਾਰ ਤੋਂ ਬਣਦੇ ਨੇ। ਨੈਫਥਾਲੀਨ ਜਿਹੜਾ ਹੈ ਬਾਈ ਪ੍ਰੋਡਕਟ ਹੈ, ਜੋ ਕਿ ਇੱਕ ਇਨਸੈਕਟ ਰਿਪੈਲੈਂਟ ਹੈ, ਜਿਹਨੂੰ ਅਸੀਂ ਜਿਹੜੇ ਬੋਲਸ ਅਸੀਂ ਕੱਪੜਿਆਂ ਵਿੱਚ ਰੱਖਦੇ ਹਾਂ, ਕੱਪੜਿਆਂ ਨੂੰ ਕੀੜੇ ਖਰਾਬ ਨਾ ਕਰਨ, ਤਾਂ ਇਹ ਬੇਸਿਕਲੀ ਕੋਲ ਤਾਰ ਤੋਂ ਬਣਦਾ ਹੈ। ਸੋ ਦੀਸ ਡੇ ਦਾ ਬਿਟੂਮਿਨ, ਇਹ ਪੈਟਰੋਲੀਅਮ ਪ੍ਰੋਡਕਟ ਹੈ, ਇਹਨੂੰ ਕੋਲ ਤਾਰ ਦੀ ਜਗ੍ਹਾ ਯੂਜ਼ ਕੀਤਾ ਜਾ ਰਿਹਾ ਫਾਰ ਮੈਟੈਲਿੰਗ ਦਾ ਰੋਡਸ, ਸੜਕਾਂ ਬਣਾਉਣ ਦੇ ਵਿੱਚ। ਉਹਦੇ ਬਾਅਦ ਆਉਂਦਾ ਕੋਲ ਗੈਸ। ਕੋਲ ਗੈਸ ਜਿਹੜੀ ਹੈ ਪ੍ਰੋਸੈਸਿੰਗ 'ਚ ਬਣਦੀ ਹੈ ਕੋਲ ਤੋਂ, ਜਦੋਂ ਅਸੀਂ ਕੋਕ ਬਣਾਉਂਦੇ ਹਾਂ। ਸੋ ਇਹਦਾ ਯੂਜ਼ ਕੀਤਾ ਜਾਂਦਾ ਹੈ ਫਿਊਲ ਇਨ ਮੈਨੀ ਇੰਡਸਟਰੀ ਸਿਚੁਏਟਡ ਨੀਅਰ ਦਾ ਕੋਲ ਪ੍ਰੋਸੈਸਿੰਗ ਪਲਾਂਟ। ਉਹਦੇ ਬਾਅਦ ਵਿਦਿਆਰਥੀ ਆਉਂਦਾ ਹੈ ਪੈਟਰੋਲੀਅਮ। ਪੈਟਰੋਲੀਅਮ ਜੀ ਹੈ, ਪੈਟਰੋਲ ਇਜ਼ ਯੂਜ਼ਡ ਐਜ਼ ਫਿਊਲ ਇਨ ਲਾਈਟ ਆਟੋਮੋਬਾਈਲ ਸਚ ਐਜ਼ ਮੋਟਰਸਾਈਕਲ, ਸਕੂਟਰ, ਕਾਰ। ਇੱਕ ਫਿਊਲ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਗੱਡੀਆਂ ਮੋਟਰਾਂ 'ਚ। ਹੈਵੀ ਮੋਟਰ ਵਹੀਕਲ, ਟਰੱਕ, ਟਰੈਕਟਰ ਜਿਹੜੇ ਇਹਦੇ ਡੀਜ਼ਲ ਨਾਲ ਚੱਲਦੇ ਆ, ਛੋਟੇ ਵਹੀਕਲ ਪੈਟਰੋਲ ਨਾਲ ਚੱਲਦੇ ਆ। ਪੈਟਰੋਲ ਐਂਡ ਡੀਜ਼ਲ ਆਰ ਓਬਟੇਨ ਫਰੋਮ ਨੈਚੁਰਲ ਸੋਰਸਿਸ, ਪੈਟਰੋਲੀਅਮ ਤੋਂ ਬਣਦੇ ਆ। ਐਂਡ ਦਾ ਵਰਡ ਪੈਟਰੋਲੀਅਮ ਡਰਾਈਵ ਫਰੋਮ ਦਾ ਪੈਟਰਾ, ਪੈਟਰ ਦਾ ਮੀਨਿੰਗ ਹੁੰਦਾ ਰੋਕ, ਓਲੀਅਮ ਦਾ ਮੀਨ ਦਾ ਆਇਲ, ਚਟਾਨਾਂ ਤੋਂ ਜਿਹੜਾ ਤੇਲ ਮਿਲਦਾ, ਇਸ ਲਈ ਇਹਦਾ ਨਾਂ ਹੈ ਪੈਟਰੋਲੀਅਮ। ਇਹਨੂੰ ਮਿਕਸ ਫਰੋਮ ਦਾ ਰੋਕ ਐਂਡ ਅੰਡਰ ਅਰਥ ਐਜ਼ ਸ਼ੋਨ, ਥੱਲੇ ਪ੍ਰੋਸੈਸ ਦੱਸਿਆ ਹੋਇਆ ਕਿੱਦਾਂ ਇਹਨੂੰ ਕੱਢਿਆ ਜਾਂਦਾ ਹੈ। So do you know how petroleum is formed? Petroleum was formed from the organism living in sea. As these dead organism, their dead bodies settle in the bottom of sea and get covered with layer of the sand and clay. Over million of years,
absence of air, high temperature and high pressure transform the dead organisms into ਪੈਟਰੋਲੀਅਮ ਐਂਡ ਨੈਚੁਰਲ ਗੈਸ। तो ਸਮੁੰਦਰੀ ਜਿਹੜੇ ਜੀਵ ਸੀਗੇ ਛੋਟੇ ਵੱਡੇ ਉਹ ਥੱਲੇ ਦੱਬ ਗਏ, ਮਿੱਟੀ ਦੇ ਸੈਡੀਮੈਂਟੇਸ਼ਨ ਚਟਾਨਾਂ ਬਣ ਗਈਆਂ, ਕੰਪਰੈਸ ਹੋਣ ਦੇ ਨਾਲ ਉਹਨਾਂ ਤੋਂ ਪੈਟਰੋਲ ਬਣ ਗਿਆ। ਸੋ 5.4 ਡਾਇਗਰਾਮ ਦੇ ਵਿੱਚ ਇੱਥੇ ਦੱਸਿਆ ਹੋਇਆ ਹੈ ਪੈਟਰੋਲੀਅਮ ਐਂਡ ਨੈਚੁਰਲ ਗੈਸ ਡਿਪੋਜ਼ਿਟ। ਸੋ ਇਹ ਸਮੁੰਦਰ ਹੈ, ਸਮੁੰਦਰ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਹੈ। ਸਭ ਤੋਂ ਨੀਚੇ ਜੋ ਹੈ ਰਿਜ਼ਰਵਾਇਰ ਰੌਕ ਹੈ, ਉਹਦੇ ਪਰ ਵਾਟਰ, ਫਿਰ ਆਇਲ, ਫਿਰ ਗੈਸ। ਸੋ ਇਮਪਰਵੀਰੀਅਸ ਰੌਕ ਉੱਪਰ ਜਿਹੜੀ ਰੌਕ ਹੈ ਇਹਦੇ ਨੀਚੇ ਪਾਈਪਾਂ ਫਿੱਟ ਕਰਕੇ ਖੂਹ ਬਣਾਉਂਦੇ ਨੇ, ਉੱਤੇ ਤੋਂ ਹੀ ਪੈਟਰੋਲੀਅਮ ਕੱਢਿਆ ਜਾਂਦਾ ਹੈ। ਸੋ ਵਰਲਡਸ ਫਸਟ ਆਇਲ ਵੈਲ ਵਾਜ਼ ਡਰਿਲਡ ਇਨ ਪੈਨੀਸੈਲਵੀਆ USA 'ਚ ਪਹਿਲਾ ਪੈਟਰੋਲੀਅਮ ਪ੍ਰੋਸੈਸਿੰਗ ਪਲਾਂਟ ਲੱਗਿਆ ਸੀ 1859 ਦੇ ਵਿੱਚ। 8 ਈਅਰ ਲੇਟਰ 1867 ਦੇ ਵਿੱਚ ਅਸਾਮ ਦੇ ਵਿੱਚ ਸ਼ੁਰੂ ਹੋਇਆ। ਇੰਡੀਆ 'ਚ ਆਇਲ ਇਜ਼ ਫਾਊਂਡ ਇਨ ਅਸਾਮ, ਗੁਜਰਾਤ, ਬੰਬੇ ਹਾਈ ਇੱਕ ਜਗ੍ਹਾ ਇੱਥੇ ਪੈਟਰੋਲੀਅਮ ਦੀ ਫੈਕਟਰੀ ਹੈ। ਐਂਡ ਇਨ ਦਾ ਰਿਵਰ ਬੈਸਿਨ ਆਫ ਦਾ ਗੋਦਾਵਰੀ ਐਂਡ ਕ੍ਰਿਸ਼ਨਾ। ਰਿਫਾਈਨਿੰਗ ਆਫ ਪੈਟਰੋਲੀਅਮ ਇਜ਼ ਡਾਰਕ ਆਇਲੀ ਲਿਕੁਇਡ ਹੁੰਦਾ ਹੈ, ਕਾਲੇ ਰੰਗ ਦਾ। ਇਹਦੇ ਵਿੱਚ ਗੰਦੀ ਸਮੈਲ ਹੁੰਦੀ ਹੈ। ਇਹਦੇ ਵਿੱਚ ਕਾਫੀ ਕੰਸਟੀਚੁਐਂਟ ਹੁੰਦੇ, ਪੈਟਰੋਲੀਅਮ ਗੈਸ, ਪੈਟਰੋਲ, ਡੀਜ਼ਲ, ਲੁਬਰੀਕੈਂਟ ਆਇਲ, ਪੈਰਾਫਿਨ ਵੈਕਸ। ਸੋ ਇਹਨੂੰ ਪ੍ਰੋਸੈਸ ਕਰਕੇ ਕੱਢਿਆ ਜਾਂਦਾ ਹੈ ਸਾਫ਼ ਤੇਲ। ਵੇਰੀਅਸ ਕੰਸਟੀਚੁਐਂਟ ਪੈਟਰੋਲੀਅਮ ਅਤੇ ਇਹਦੀਆਂ ਗੈਸਿਸ ਇੱਥੇ ਟੇਬਲ ਦੇ ਵਿੱਚ ਦੱਸਿਆ ਹੋਇਆ। ਸੋ ਇਹ ਪੈਟਰੋਲੀਅਮ ਰਿਫਾਈਨਿੰਗ ਇੱਕ ਇੰਡਸਟਰੀਜ਼ ਹੈ। ਸੋ ਮੈਨੀ ਯੂਸਫੁਲ ਸਬਸਟਾਂਸ ਆਰ ਅਬਟੇਨ ਫਰੋਮ ਪੈਟਰੋਲੀਅਮ ਐਂਡ ਨੈਚੁਰਲ ਗੈਸ, ਦੀਜ਼ ਆਰ ਕਾਲਡ ਪੈਟਰੋਕੈਮੀਕਲ। ਪੈਟਰੋਲੀਅਮ ਅਤੇ ਨੈਚੁਰਲ ਗੈਸ ਜਿਹੜੀ ਹੈ ਬਣਦੇ ਆ, ਇਹ ਤੋਂ ਕਈ ਹੋਰ ਸਬਸਟਾਂਸ ਪੈਦਾ ਕੀਤੇ ਜਾਂਦੇ, ਇਹਨੂੰ ਪੈਟਰੋਕੈਮੀਕਲ ਕਹਿੰਦੇ ਆ। ਸੋ ਦੀਜ਼ ਆਰ ਯੂਜ਼ ਇਨ ਮੈਨੂਫੈਕਚਰ ਆਫ ਡਿਟਰਜੈਂਟ, ਇਹਦਾ ਯੂਜ਼ ਡਿਟਰਜੈਂਟ ਬਣਾਉਣ ਦੇ ਵਿੱਚ, ਫਾਈਬਰ, ਪੋਲੀਐਸਟਰ, ਨਾਈਲੋਨ, ਪੋਲੀਥੀਨ ਬਣਾਉਣ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹ ਮੈਨ ਮੇਡ ਪਲਾਸਟਿਕ ਹੈ, ਇਹਦੇ ਬਾਰੇ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ। ਹਾਈਡਰੋਜਨ ਗੈਸ ਜਿਹੜੀ ਹੈ ਨੈਚੁਰਲ ਗੈਸ ਤੋਂ ਬਣਦੀ ਹੈ। ਇਹਦੇ ਵਿੱਚ ਅਸੀਂ ਇਹਨੂੰ ਹਾਈਡਰੋਜਨ ਗੈਸ ਨੂੰ ਫਰਟੀਲਾਈਜ਼ਰ ਯੂਰੀਆ ਬਣਾਉਣ ਦੇ ਵਿੱਚ ਯੂਜ਼ ਕਰਦੇ ਹਾਂ। ਸੋ ਇਹਦੀ ਕਾਫੀ ਕਮਰਸ਼ੀਅਲ ਵੈਲਿਊ ਹੈ ਪੈਟਰੋਲ ਦੀ, ਇਸ ਲਈ ਇਹਨੂੰ ਅਸੀਂ ਬਲੈਕ ਗੋਲਡ, ਕਾਲਾ ਸੋਨਾ ਕਹਿ ਦਿੰਦੇ ਹਾਂ। ਤਾਂ ਪੇਪਰ 'ਚ ਪੁੱਛਿਆ ਜਾਂਦਾ ਕਾਲਾ ਸੋਨਾ ਕੀ ਹੁੰਦਾ ਹੈ, ਡੈਟ ਇਜ਼ ਦਾ ਪੈਟਰੋਲੀਅਮ। ਸੋ ਇਹ ਤੁਸੀਂ ਯਾਦ ਕਰ ਲੈਣਾ। ਸੋ ਸੈਪਰੇਟਿੰਗ ਆਫ ਦਾ ਵੇਰੀਅਸ ਕੰਸਟੀਚੁਐਂਟ ਫਰੈਕਸ਼ਨ ਆਫ ਪੈਟਰੋਲੀਅਮ, ਪੈਟਰੋਲ ਨੂੰ ਅਲੱਗ-ਅਲੱਗ ਕਰਨਾ, ਉਹਦੇ ਹਿੱਸਿਆਂ ਤੋਂ ਅਲੱਗ-ਅਲੱਗ ਕੰਪਾਊਂਡ ਨਿਕਾਲਣੇ। ਜਿਹੜਾ ਇੰਪਿਓਰ ਪੈਟਰੋਲ ਹੈ ਉਹ ਤੋਂ ਅਲੱਗ-ਅਲੱਗ ਪਾਰਟਸ ਨਿਕਾਲਣੇ, ਪ੍ਰੋਡਕਟਸ, ਉਹਨੂੰ ਕਹਿੰਦੇ ਪੈਟਰੋਲੀਅਮ ਰਿਫਾਈਨਰੀ। ਉਹਦੇ ਬਾਅਦ ਨੈਚੁਰਲ ਗੈਸ ਹੈ, ਵੈਰੀ ਇੰਪੋਰਟੈਂਟ ਫੋਸਲ ਫਿਊਲ ਹੈ। ਇਹਨੂੰ ਲੈ ਕੇ ਜਾਣਾ ਸੌਖਾ ਹੈ, ਇਹਨੂੰ ਹਾਈ ਪ੍ਰੈਸ਼ਰ 'ਚ ਸਟੋਰ ਕਰ ਸਕਦੇ ਹੈ। CNG ਕੰਪਰੈਸਡ ਨੈਚੁਰਲ ਗੈਸ, ਇਹ ਕਾਫੀ ਜ਼ਿਆਦਾ ਯੂਜ਼ ਕੀਤਾ ਜਾ ਰਿਹਾ ਇਹਦਾ 'ਚ। ਸੋ ਪੈਟਰੋਲੀਅਮ ਦੇ ਕਾਫੀ ਕੰਸਟੀਚੁਐਂਟਸ ਹੈ, LPG, ਪੈਟਰੋਲ, ਕੈਰੋਸੀਨ, ਡੀਜ਼ਲ, ਲੁਬਰੀਕੇਸ਼ਨ ਆਇਲ, ਪੈਰਾਫਿਨ ਵੈਕਸ ਅਤੇ ਬੈਟੂਮੀਨ। ਨਾਲ ਇਹਦੇ ਯੂਜ਼ ਲਿਖੇ ਹੋਏ ਹੈ, ਤੁਸੀਂ ਪੜ੍ਹ ਸਕਦੇ ਹੋ। ਬੜਾ ਆਸਾਨ ਇਹ ਟੇਬਲ ਹੈ, ਇਹਨਾਂ ਤੁਹਾਨੂੰ ਆਸਾਨੀ ਨਾਲ ਯਾਦ ਹੋ ਜਾਏਗਾ। ਸੋ CNG ਜਿਹੜਾ ਯੂਜ਼ ਕੀਤਾ ਜਾਂਦਾ ਟਰਾਂਸਪੋਰਟ ਵਹੀਕਲ ਦਾ ਇੱਕ ਫਿਊਲ ਹੈ ਅਤੇ ਲੈਸ ਪੋਲਿਊਸ਼ਨ ਕ੍ਰੀਏਟ ਕਰਦਾ ਹੈ ਅਤੇ ਸਸਤਾ ਵੀ ਹੈ, ਸਾਫ ਸੁਥਰਾ ਫਿਊਲ ਹੈ। ਗ੍ਰੇਟਰ ਐਡਵਾਂਟੇਜ CNG ਦੀ ਕੀ ਹੈ, ਇਹਨੂੰ ਡਾਇਰੈਕਟ ਯੂਜ਼ ਕੀਤਾ ਜਾ ਸਕਦਾ ਬਰਨਿੰਗ ਦੇ ਵਾਸਤੇ ਘਰਾਂ ਦੇ ਵਿੱਚ ਅਤੇ ਫੈਕਟਰੀਆਂ ਦੇ ਵਿੱਚ ਪਾਈਪਾਂ ਦੀ ਸਪਲਾਈ ਦੇ ਨਾਲ। ਸੱਚ ਨੈਟਵਰਕ ਆਫ ਪਾਈਪਲਾਈਨ ਐਗਜ਼ਿਸਟ ਇਨ ਵਡੋਦਰਾ, ਜੋ ਵਡੋਦਰਾ ਗੁਜਰਾਤ ਦੀ ਜਗ੍ਹਾ ਹੈ, ਉੱਥੇ ਪਾਈਪਲਾਈਨ ਵਿਛੀਆਂ ਹੋਈਆਂ ਨੇ ਨੈਚੁਰਲ ਗੈਸ ਦੀਆਂ, ਕਈ ਦਿੱਲੀ ਅਤੇ ਅਦਰ ਪਲੇਸਿਸ ਵਿੱਚ ਵੀ ਹਨ। ਸੋ ਨੈਚੁਰਲ ਗੈਸ ਇਜ਼ ਆਲਸੋ ਯੂਜ਼ਡ ਐਜ਼ ਸਟਾਰਟਿੰਗ ਮਟੀਰੀਅਲ ਫਾਰ ਮੈਨੂਫੈਕਚਰ ਆਫ ਨੰਬਰ ਆਫ ਕੈਮੀਕਲ ਐਂਡ ਫਰਟੀਲਾਈਜ਼ਰ। ਕਈ ਕੈਮੀਕਲ ਬਣਾਉਣ ਦੇ ਵਿੱਚ, ਫਰਟੀਲਾਈਜ਼ਰ ਬਣਾਉਣ ਦੇ ਵਿੱਚ CNG ਦਾ ਯੂਜ਼ ਕੀਤਾ ਜਾਂਦਾ। ਇੰਡੀਆ ਹੈਜ਼ ਵਾਸਟ ਰਿਜ਼ਰਵ ਆਫ ਦਾ ਨੈਚੁਰਲ ਗੈਸ। ਇਨ ਆਵਰ ਕੰਟਰੀ ਨੈਚੁਰਲ ਗੈਸ ਹੈਜ਼ ਮੇਡ ਫਾਊਂਡ ਇਨ ਤ੍ਰਿਪੁਰਾ, ਰਾਜਸਥਾਨ, ਮਹਾਰਾਸ਼ਟਰਾ ਐਂਡ ਕ੍ਰਿਸ਼ਨਾ ਗੋਦਾਵਰੀ। ਸੋ ਇਹ ਵਿਦਿਆਰਥੀਓ ਤੁਸੀਂ ਜਗ੍ਹਾ ਦਾ ਨਾਂ ਯਾਦ ਕਰ ਲੈਣਾ। ਇਹਦੇ ਵਿੱਚ ਜਿਹੜੀ CNG ਤਿਆਰ ਕੀਤੀ ਜਾਂਦੀ ਹੈ। ਕੈਨ ਕੋਲ ਪੈਟਰੋਲੀਅਮ ਐਂਡ ਨੈਚੁਰਲ ਗੈਸ ਪ੍ਰੀਪੇਅਰਡ ਇਨ ਲੈਬ ਫਰੋਮ ਡੈਡ ਔਰਗੈਨਿਜ਼ਮ। ਕੀ ਅਸੀਂ ਕੋਲਾ ਅਤੇ ਪੈਟਰੋਲ ਡੈਡ ਔਰਗੈਨਿਜ਼ਮ ਤੋਂ ਲੈਬ 'ਚ ਬਣਾ ਸਕਦੇ ਹਾਂ? ਨਹੀਂ ਬਣਾ ਸਕਦੇ, ਕਿਉਂਕਿ ਇਹਨੂੰ ਕਾਫੀ ਟਾਈਮ ਲੱਗਦਾ। ਸਮ ਨੈਚੁਰਲ ਸੋਰਸਿਸ ਆਰ ਲਿਮਿਟਡ, ਕਈ ਸੋਰਸਿਸ ਜਿਹੜੇ ਲਿਮਿਟਡ ਹੈਗੇ ਆ। ਕੋਲ ਐਂਡ ਪੈਟਰੋਲੀਅਮ ਜਿਹੜੇ ਫੋਸਲ ਫਿਊਲ ਹੈ, ਇਹ ਡੈਡ ਔਰਗੈਨਿਜ਼ਮ ਤੋਂ ਬਣਦੇ ਆ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ। ਵਨ ਹੈਂਡ ਰਿਜ਼ਰਵ ਆਫ ਵਿਲ ਲਾਸਟ ਓਨਲੀ ਫਿਊ 100 ਈਅਰ, ਪਰ ਇਹ ਜਿਹੜੇ ਰਿਜ਼ਰਵਾਇਰ ਹੈ, ਇਹਦੇ ਜਿਹੜੇ ਸਰੋਤ ਹੈ, ਇਹ ਜਲਦੀ ਖਤਮ ਹੋ ਜਾਣਗੇ ਕਿਉਂਕਿ ਜਨਸੰਖਿਆ ਵੱਧ ਰਹੀ ਹੈ। ਦਾ ਯੂਜ਼ ਜਿਹੜਾ ਇਹਨਾਂ ਦਾ ਲਿੰਕਡ ਵਿਦ ਦਾ ਗਲੋਬਲ ਵਾਰਮਿੰਗ, ਇਹਦੇ ਨਾਲ ਪੋਲਿਊਸ਼ਨ ਹੋ ਰਿਹਾ, ਪੂਰੀ ਧਰਤੀ ਦਾ ਟੈਂਪਰੇਚਰ ਵੱਧ ਰਿਹਾ।
ਸੋ ਨੈਸੈਸਰੀ ਡੈਟ ਬੀ ਯੂਜ਼ ਦਿਸ ਫਿਊਲ ਓਨਲੀ ਵੈਨ ਐਬਸੋਲਿਊਟਲੀ ਨੈਸੈਸਰੀ। ਸੋ ਇਹਨਾਂ ਦਾ ਵਰਤੋਂ ਉਦੋਂ ਹੀ ਕਰੀਏ ਜਦੋਂ ਇਹਨਾਂ ਦੀ ਜ਼ਿਆਦਾ ਲੋੜ ਹੈ। ਦਿਸ ਵਿਲ ਰਿਜ਼ਲਟ ਇਨ ਬੈਟਰ ਇਨਵਾਇਰਮੈਂਟ, ਸਮਾਲਰ ਰਿਸਕ ਆਫ ਗਲੋਬਲ ਵਾਰਮਿੰਗ ਐਂਡ ਦੇਅਰ ਅਵੇਲੇਬਿਲਿਟੀ ਫਾਰ ਲੌਂਗਰ ਪੀਰੀਅਡ ਆਫ ਟਾਈਮ। ਸੋ ਇਹਦੇ ਨਾਲ ਇਨਵਾਇਰਮੈਂਟ ਬਚਿਆ ਰਹੇਗਾ। ਜੇ ਅਸੀਂ CNG ਦਾ ਯੂਜ਼ ਕਰਦੇ ਹਾਂ, ਡੀਜ਼ਲ ਪੈਟਰੋਲ ਦਾ ਯੂਜ਼ ਘੱਟ ਕਰਦੇ ਹਾਂ, ਅਤੇ ਇਹਦੇ ਨਾਲ ਜਿਹੜਾ ਗਲੋਬਲ ਵਾਰਮਿੰਗ ਘੱਟ ਹੋਏਗੀ। ਇੰਡੀਆ ਦੇ ਵਿੱਚ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ PCRA ਐਡਵਾਈਜ਼ ਕਰਦਾ ਪੀਪਲ ਨੂੰ ਕਿਸ ਤਰ੍ਹਾਂ ਪੈਟਰੋਲ ਡੀਜ਼ਲ ਬਚਾਉਣਾ ਹੈ। ਡਰਾਈਵ ਐਟ ਕੌਂਸਟੈਂਟ ਐਂਡ ਮੋਡਰੇਟ ਸਪੀਡ, ਘੱਟ ਸਪੀਡ 'ਤੇ ਡਰਾਈਵ ਕਰੋ। ਇੰਜਨ ਸਵਿਚ ਆਫ ਕਰ ਦਿਓ ਟ੍ਰੈਫਿਕ ਦੇ ਵਿੱਚ। ਕਰੈਕਟ ਟਾਇਰ ਜਿਹੜਾ ਹੈ ਉਹਨਾਂ ਦੇ 'ਚ ਹਵਾ ਸਹੀ ਰੱਖੋ। ਅਤੇ ਰੈਗੂਲਰ ਮੈਨੂਫੈਕਚਰਿੰਗ ਆਫ ਵਹੀਕਲ, ਮੇਨਟੇਨੈਂਸ ਕਰੋ ਇਹਨਾਂ ਦੀ, ਸਰਵਿਸ ਗੱਡੀਆਂ ਦੀ ਕਰਾਉਂਦੇ ਰਹੋ ਟਾਈਮ ਨਾਲ। ਲੈਬ ਦੇ ਵਿੱਚ ਡੈਡ ਤੋਂ ਡੀਜ਼ਲ ਪੈਟਰੋਲ ਬਣਾ ਸਕਦੇ ਹਾਂ। ਇਹਦਾ ਆਨਸਰ ਨੋ ਹੈ, ਕਿਉਂਕਿ ਡੀਜ਼ਲ ਪੈਟਰੋਲ ਬਣਨਾ ਬੜੀ ਸਲੋ ਪ੍ਰੋਸੈਸ ਹੈ ਅਤੇ ਕਾਫੀ ਕੰਡੀਸ਼ਨਸ ਜਿਹੜੀਆਂ ਅਲੱਗ ਨੇ। ਸੋ ਇਸ ਲਈ ਲੈਬ 'ਚ ਇਹਨੂੰ ਨਹੀਂ ਬਣਾ ਸਕਦੇ। ਸੋ ਵਿਦਿਆਰਥੀਓ, ਇਹ ਸੀ ਤੁਹਾਡਾ ਚੈਪਟਰ ਕੋਲ ਐਂਡ ਪੈਟਰੋਲੀਅਮ। ਸੋ ਇਹਦੇ ਨਾਲ ਕੁਛ ਕੀਵਰਡਸ ਕੋਲ, ਕੋਲ ਗੈਸ, ਕੋਲ ਤਾਰ, ਕੋਕ, ਫੋਸਿਲ ਫਿਊਲ, ਨੈਚੁਰਲ ਗੈਸ, ਪੈਟਰੋਲੀਅਮ ਅਤੇ ਪੈਟਰੋਲੀਅਮ ਰਿਫਾਈਨਰੀ ਪੜ੍ਹ ਲਏ ਨੇ, ਤੁਹਾਨੂੰ ਸਮਝ ਆ ਗਏ ਹੋਣਗੇ। ਨਾਲ ਹੀ ਕੁਛ ਤੁਸੀਂ ਜੋ ਸਿੱਖਿਆ ਹੈ, ਕੋਲ, ਪੈਟਰੋਲੀਅਮ, ਨੈਚੁਰਲ ਗੈਸ, ਇਹਨੂੰ ਫੋਸਿਲ ਫਿਊਲ ਕਹਿੰਦੇ ਆ। ਫੋਸਿਲ ਫਿਊਲ ਜਿਹੜੇ ਡੈੱਡ ਤੋਂ ਬਣਦੇ ਆ, ਕਾਫੀ ਲੱਖਾਂ ਕਰੋੜਾਂ ਸਾਲ ਲੱਗਦੇ ਆ। ਫੋਸਿਲ ਫਿਊਲ ਐਗਜ਼ੌਸਟੀਬਲ ਹੈ, ਖ਼ਤਮ ਹੋਣ ਵਾਲੇ ਆ। ਕੋਲ ਤਾਰ, ਕੋਲ ਗੈਸ, ਇਹ ਕੋਲੇ ਤੋਂ ਬਣਦੇ ਆ। ਪੈਟਰੋਲੀਅਮ ਗੈਸ, ਪੈਟਰੋਲ, ਡੀਜ਼ਲ, ਕੈਰੋਸੀਨ, ਪੈਰਾਫਿਨ ਵੈਕਸ, ਲੂਬਰੀਕੇਟਿੰਗ ਆਇਲ, ਇਹ ਰਿਫਾਈਨਰੀ ਪੈਟਰੋਲੀਅਮ ਤੋਂ ਬਣਦੇ ਆ। ਕੋਲ ਐਂਡ ਪੈਟਰੋਲੀਅਮ ਰਿਜ਼ਰਵਾਰ ਆ ਲਿਮਿਟਡ। ਸੋ ਸਾਨੂੰ ਇਹਨੂੰ ਥੋੜ੍ਹਾ ਸਮਝ ਨਾਲ ਯੂਜ਼ ਕਰਨਾ ਚਾਹੀਦਾ ਹੈ। ਸੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਸੋ ਜਲਦੀ ਹੀ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਵਿੱਚ, ਜਿਹਦੇ ਵਿੱਚ ਤੁਹਾਨੂੰ ਨੈਕਸਟ ਚੈਪਟਰ ਕਰਾਵਾਂਗੇ।